ਕੰਪਲੇਂਟ ਦਿੱਤੀ ਸੀ ਕਿ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਬਹੁਤ ਜ਼ਿਆਦਾ ਦਿੱਕਤ ਹੈ। ਸੜਕਾਂ ਤੇ ਅਵਾਰਾ ਪਸ਼ੂ ਚੱਲ ਰਹੇ ਹੁੰਦੇ ਨੇ, ਐਕਸੀਡੈਂਟਸ ਦੀ ਦਿੱਕਤ ਹੈ, ਕਿਉਂਕਿ ਨੁਕਸਾਨ ਜਾਨਵਰਾਂ ਦਾ ਵੀ ਹੁੰਦਾ, ਨਾਲ ਨਾਲ ਇਨਸਾਨਾਂ ਦਾ ਵੀ ਹੁੰਦਾ। ਲੋ ਵੀ 17/7/2022 ਨੂੰ ਮੈਂ ਪਹਿਲੀ ਦਰਖਾਸਤ ਦੇ ਰਿਹਾ, 15/11/2022 ਨੂੰ ਸੇਮ ਆਫਿਸਰ ਨੂੰ ਮੈਂ ਰਿਮਾਈਂਡਰ ਦੇ ਰਿਹਾ, ਪਰ ਕੋਈ ਐਕਸ਼ਨ ਨਹੀਂ। ऑनरेबल चीफ जस्टिस ऑफ पंजाब हरियाणा हाई कोर्ट नाल जस्टिस अरुण पल्ली उन्होंने ऑर्डर दिता भी जो मेरी जी दरखास्त है उन्होंने इमीडिएटली वो एक्शन लिता जाए। पंजाब समाचार देख रहे सारे दर्शकों का मैं बहुत बहुत स्वागत करता हूँ स्टूडियो में। अपने जी अज स्टूडियो में पहुंचे ने एडवोकेट नितिन मिट्टू जी फगवाड़े तो, जिन्होंने पिछले दिनी एक लिखती शिकायत 17/7/2022 ਨੂੰ नगर निगम कमीशन ਦਿੱਤੀ ਸੀ ਜਿਹੜੇ ਅਵਾਰਾ ਪਸ਼ੂ ਜਿਹੜੇ ਸੜਕਾਂ 'ਤੇ ਘੁੰਮ ਰਹੇ ਨੇ। ਅੱਜ ਉਹਨਾਂ ਤੇ ਵਿਸ਼ੇਸ਼ ਗੱਲਬਾਤ ਕਰਾਂਗੇ ਨਿਤਿਨ ਮਿੱਟੂ ਜੀ ਨਾਲ। ਹਾਂਜੀ ਮਿੱਟੂ ਜੀ। ਸਰ ਮਸਲਾ ਇਹ ਸੀਗਾ ਕਿ ਸਿੰਸ ਕਿ ਇਸ ਸੰਸਾਰ ਦੇ ਵਿੱਚ ਆਪਾਂ ਇਕੱਲੇ ਇਨਸਾਨ ਨਹੀਂ ਰਹਿੰਦੇ, ਸਾਡੇ ਨਾਲ ਕਈ ਹੋਰ ਪ੍ਰਜਾਤੀਆਂ ਵੀ ਨੇ, ਜਾਨਵਰ, ਅਵਾਰਾ ਪਸ਼ੂ, ਤੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ ਜਾਂ ਉਹਨਾਂ ਨਾਲ ਟ੍ਰੀਟਮੈਂਟ ਨਹੀਂ ਠੀਕ ਹੋ ਰਿਹਾ ਤਾਂ ਅਸੀਂ ਸਰਕਾਰ ਨੂੰ ਉਹਦੇ ਬਾਰੇ ਸੁਚੇਤ ਕਰਾਈਏ। ਪਿੱਛੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਇੱਕ ਜਜਮੈਂਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਹਰਿਆਣੇ ਦੇ ਵਿੱਚ ਜਿੰਨਾ ਐਨੀਮਲ ਕਿੰਗਡਮ ਹੈ ਉਹਨੂੰ ਐਜ਼ ਅ ਲਿਵਿੰਗ ਪਰਸਨ ਦਾ ਦਰਜਾ ਦਿੱਤਾ, ਤੇ ਜਿਹਦੇ ਵਿੱਚ ਜਿੰਨੇ ਇਨਸਾਨ ਨੇ ਸਟੇਟ ਆਫ ਹਰਿਆਣਾ ਦੇ ਵਿੱਚ ਉਹਨੂੰ ਐਜ਼ ਅ ਲੋਕੋ ਪੈਰੈਂਟਿਸ, ਮਤਲਬ ਕਿ ਉਹ ਉਹਨਾਂ ਦੇ ਪੇਰੈਂਟਸ ਹੋਣਗੇ ਜਿਹੜੇ ਉਹਨਾਂ ਦੀ ਦੇਖਭਾਲ ਕਰਨਗੇ, ਜਿਹਦੇ ਵਿੱਚ ਸਰਕਾਰ ਵੀ ਆਉਂਦੀ ਹੈ। ਤਾਂ ਉਹ ਜਜਮੈਂਟ ਦੇ ਤਹਿਤ ਕਿ ਇੱਕ ਜਜਮੈਂਟ ਹੈਗੀ ਹੈ ਕੋਰਟ ਦੀ, ਉਹ ਵੀ ਸਾਡੀ ਹਾਈ ਕੋਰਟ ਦੀ ਹੈ, ਤੇ ਮੈਂ ਉਹਦਾ ਵੇਰਵਾ ਦਿੰਦੇ ਹੋਏ ਇੱਕ ਕੰਪਲੇਂਟ ਦਿੱਤੀ ਸੀ ਕਿ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਬਹੁਤ ਜ਼ਿਆਦਾ ਦਿੱਕਤ ਹੈ। ਸੜਕਾਂ 'ਤੇ ਅਵਾਰਾ ਪਸ਼ੂ ਚੱਲ ਰਹੇ ਹੁੰਦੇ ਨੇ, ਐਕਸੀਡੈਂਟਸ ਦੀ ਦਿੱਕਤ ਹੈ, ਕਿਉਂਕਿ ਨੁਕਸਾਨ ਜਾਨਵਰਾਂ ਦਾ ਵੀ ਹੁੰਦਾ, ਨਾਲ ਨਾਲ ਇਨਸਾਨਾਂ ਦਾ ਵੀ ਹੁੰਦਾ। ਕਿਸੇ ਦੀ ਜ਼ਿੰਦਗੀ ਦੇ ਨਾਲ ਅਸੀਂ ਖੇਡ ਰਹੇ ਹਾਂ, ਤੇ ਉਹਦੇ ਲਈ ਜਿਹੜਾ ਹੈ, ਕਿਉਂਕਿ ਪਿੱਛੇ ਗਵਰਨਮੈਂਟ ਨੇ ਕਾਊ ਸੈਸ ਵਗੈਰਾ ਵੀ ਲਗਾਇਆ, ਸਾਰਾ ਕੁਝ ਕੀਤਾ, ਪਰ ਕੋਈ ਵੀ ਰਿਜ਼ਲਟ ਫਗਵਾੜਾ ਦੇ ਵਿੱਚ ਨਹੀਂ ਮਿਲ ਰਿਹਾ ਸੀ। ਉਹਦੇ ਕਰਕੇ ਮੈਂ ਕੰਪਲੇਂਟ ਮੈਡਮ ਕਮਿਸ਼ਨਰ ਨੂੰ ਦਿੱਤੀ ਸੀ, ਤੇ ਉਹਦੇ ਤੇ 17/7/2022 ਨੂੰ ਦਿੱਤੀ ਸੀ, ਤੇ ਜਿਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਠੀਕ ਹੈ ਜੀ। ਤੇ ਕਿਹੜੀ ਤੁਸੀਂ ਯਾਚਕਾ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ ਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ? ਜਿਹੜੀ ਯਾਚਿਕਾ ਸੀ, ਯਾਚਿਕਾ ਤੋਂ ਪਹਿਲਾਂ ਮੈਂ ਕਿਉਂਕਿ ਸਿਰਫ ਇੱਕ ਦਰਖਾਸਤ ਨਹੀਂ ਦਿੱਤੀ ਸੀ, 17/7/2022 ਨੂੰ ਪਹਿਲੀ ਦਰਖਾਸਤ ਦਿੱਤੀ, ਫਿਰ ਮੈਂ 2-3 ਮਹੀਨੇ ਦਾ ਟਾਈਮ ਜਿਹੜਾ ਹੈ ਆਪਣੀ ਕੰਪਲੇਂਟ ਦੇ ਵਿੱਚ ਦਿੱਤਾ, ਤਾਂ ਉਹਦਾ ਮੈਂ ਵੇਰਵਾ ਲੈਂਦਾ ਰਿਹਾ। ਫਿਰ ਮੈਂ ਦੂਸਰੀ ਜਿਹੜੀ ਉਹਦਾ ਰਿਮਾਈਂਡਰ ਦਿੱਤਾ 15/11/2022 ਨੂੰ ਦਿੱਤਾ, ਫਿਰ ਮੈਡਮ ਕਮਿਸ਼ਨਰ ਨੂੰ ਕਿ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਵੀ ਤੁਸੀਂ ਇਹਦੇ ਤੇ ਕਾਰਵਾਈ ਕਰੋ। ਤੇ ਸਿੰਸ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੇ, ਤੇ ਮੈਨੂੰ ਲੱਗਿਆ ਵੀ ਕਿ ਜਿਹੜਾ ਨਗਰ ਨਿਗਮ ਫਗਵਾੜਾ ਹੈ ਉਹ ਨਹੀਂ ਐਕਸ਼ਨ ਲਏਗਾ ਇਸ ਮੁੱਦੇ ਤੇ, ਤੇ ਮੈਂ ਫਿਰ ਪੰਜਾਬ ਗਊ ਸੇਵਾ ਕਮਿਸ਼ਨ ਜਿਹੜਾ ਸਾਡੀ ਪੰਜਾਬ ਸਰਕਾਰ ਦਾ ਕਮਿਸ਼ਨ ਹੈ, ਮੈਂ ਉਹਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਆਪਣੀ ਕੰਪਲੇਂਟ ਫਾਰਵਰਡ ਕੀਤੀ ਥਰੂ ਈਮੇਲ। ਉਹਦੇ ਵਿੱਚ ਜਿੰਨੇ ਮੈਂਬਰ ਸੀਗੇ, ਚੇਅਰਮੈਨ ਤੋਂ ਲੈ ਕੇ ਸੈਕਟਰੀ ਤੱਕ, ਸਾਰਿਆਂ ਨੂੰ ਆਪਣੀ ਕੰਪਲੇਂਟ 25/11/2022 ਨੂੰ ਭੇਜੀ ਸੀ, ਤੇ ਉਸ ਤੋਂ ਬਾਅਦ ਕਿ ਇਹਨਾਂ ਦੇ ਸ਼ਾਇਦ ਐਕਸ਼ਨ ਹੋ ਜਾਏ। ਜੀ ਜੀ। ਜਿਹੜੀ ਜਾਣਕਾਰੀ ਤੁਹਾਡੀ ਪਾਈ ਸੀਗੀ ਤੁਸੀਂ ਮਤਲਬ ਹਾਈ ਕੋਰਟ ਦੇ ਵਿੱਚ, ਤੇ ਉਹ ਵਿੱਚ ਕਿਹਨੂੰ ਆਪਾਂ ਪਾਰਟੀ ਬਣਾਇਆ ਸੀਗਾ? ਸਰ, ਜਿਹੜੀ ਜਨਹਿਤ ਯਾਚਿਕਾ ਅਸੀਂ ਫਾਈਲ ਕੀਤੀ ਸੀ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਜਿੰਨੇ ਮੈਂਬਰ ਸੀਗੇ ਉਹ ਪਾਰਟੀ ਸੀਗੇ, ਮੈਡਮ ਕਮਿਸ਼ਨਰ ਪਾਰਟੀ ਸੀਗੇ, ਤੇ ਨਾਲ ਹੋਰ ਪੰਜਾਬ ਗਵਰਨਮੈਂਟ ਦੇ ਕਈ ਆਫਿਸਰ ਸੀਗੇ, ਕਿਉਂਕਿ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਿੱਚ 2-3 ਗਵਰਨਮੈਂਟ ਦੇ ਡਿਪਾਰਟਮੈਂਟਸ ਨੇ, ਜਿਹਦੇ ਵਿੱਚ ਸਾਰੇ ਜਿਹੜੇ ਉਹਨਾਂ ਦੇ ਮੈਂਬਰਸ ਨੇ ਤੇ ਸੈਕਟਰੀ ਨੇ, ਜਿਹਦੇ ਵਿੱਚ ਆਪਣਾ ਐਨੀਮਲ ਹਸਬੈਂਡਰੀ ਆ ਜਾਂਦਾ ਹੈ ਸਰ, ਰੂਰਲ ਐਂਡ ਪੰਚਾਇਤ ਡਿਪਾਰਟਮੈਂਟ ਆ ਜਾਂਦਾ, ਤੇ ਨਾਲ ਆਪਾਂ ਜਿਹੜੇ ਹੈ ਮੈਡਮ ਕਮਿਸ਼ਨਰ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਹੈਗੇ ਉਹਨਾਂ ਨੂੰ ਪਾਰਟੀ ਬਣਾਇਆ। ਠੀਕ ਠੀਕ। ਤੁਹਾਡੀ ਸਾਰੀ ਗੱਲਬਾਤ ਤੋਂ ਸਪਸ਼ਟ ਹੁੰਦਾ ਹੈ ਕਿ ਜਿਹੜੇ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਲੋਕਾਂ ਵੱਲੋਂ ਕਾਫੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ, ਪਰ ਸ਼ਿਕਾਇਤਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ? ਸਰ, ਇਹਦੇ ਬਾਰੇ ਮੈਂ ਸਪਸ਼ਟ ਇਹ ਪਹਿਲਾਂ ਕਹਿਣਾ ਚਾਹੁੰਦਾ ਵੀ ਸਿੰਸ ਜਦੋਂ ਤੋਂ ਸਾਡਾ ਸੰਵਿਧਾਨ ਲਾਗੂ ਹੋਇਆ, ਸਾਡੇ ਸਿਟੀਜ਼ਨਸ ਨੂੰ, ਆਮ ਨਾਗਰਿਕਾਂ ਨੂੰ ਇੱਕ ਪਾਵਰ ਦਿੱਤੀ ਹੈ, ਜਦੋਂ ਵੀ ਕੋਈ ਸਿਟੀਜ਼ਨ ਨਾਗਰਿਕ, ਆਮ ਨਾਗਰਿਕ ਜਦੋਂ ਵੀ ਕੋਈ ਕੰਪਲੇਂਟ ਫਾਈਲ ਕਰਦਾ ਕਿਸੇ ਆਫਿਸਰ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਲੈਣੀ ਜਿਹੜੀ ਬੜੀ ਜ਼ਰੂਰੀ ਹੈ। ਠੀਕ ਹੈ। ਹੁਣ ਮੇਰੇ ਕੇਸ ਦੇ ਵਿੱਚ ਤੁਸੀਂ ਦੇਖ ਲਓ ਵੀ 17/7/2022 ਨੂੰ ਮੈਂ ਪਹਿਲੀ ਦਰਖਾਸਤ ਦੇ ਰਿਹਾ, 15/11/2022 ਨੂੰ ਸੇਮ ਆਫਿਸਰ ਨੂੰ ਮੈਂ ਰਿਮਾਈਂਡਰ ਦੇ ਰਿਹਾ, ਪਰ ਕੋਈ ਐਕਸ਼ਨ ਨਹੀਂ। ਠੀਕ ਹੈ ਜੀ। ਅੱਛਾ, ਚਲੋ ਆਪਾਂ ਇਹ ਕਹਿ ਸਕਦੇ ਵੀ ਵੱਡੇ ਆਫਿਸਰਸ ਨੇ, ਉਹਨਾਂ ਨੂੰ ਵੀ ਐਪਲੀਕੇਸ਼ਨ ਦਿੱਤੀ, ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ, ਕਿਉਂਕਿ ਜਿਹੜਾ ਕੰਸਰਨ ਡਿਪਾਰਟਮੈਂਟ ਆ ਉਹ
ਨਗਰ ਨਿਗਮ ਫਗਵਾੜਾ ਹੀ ਜੀ। ਹੈ, ਉਹਦੇ ਵਿੱਚ ਇਹਨੇ ਐਕਸ਼ਨ ਲੈਣਾ ਹੈ। ਫਿਰ ਹਾਈ ਕੋਰਟ ਤੋਂ ਜਿਹੜਾ ਆਰਡਰ ਹੁੰਦਾ ਹੈ, ਮੈਂ ਫਿਰ ਜਦੋਂ ਜਨਹਿਤ ਯਾਚਿਕਾ ਫਾਈਲ ਕੀਤੀ ਹਾਈ ਕੋਰਟ ਦੇ ਵਿੱਚ, ਉਹ ਮੈਂ ਕੀਤੀ ਮਾਰਚ ਦੇ ਵਿੱਚ। 13 ਮਾਰਚ 2023 ਨੂੰ ਆਰਡਰ ਹੁੰਦਾ ਹੈ ਕਿ ਜਿਹੜਾ ਉਹਦੇ ਵਿੱਚ ਹਾਈ ਕੋਰਟ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਹਰਿਆਣਾ ਹਾਈ ਕੋਰਟ ਨਾਲ ਜਸਟਿਸ ਅਰੁਣ ਪੱਲੀ, ਉਹਨਾਂ ਨੇ ਆਰਡਰ ਦਿੱਤਾ ਵੀ ਜੋ ਮੇਰੀ ਜਿਹੜੀ ਦਰਖਾਸਤ ਹੈ ਉਹਨੂੰ ਇਮੀਡੀਏਟਲੀ ਉਹਦੇ ਤੇ ਐਕਸ਼ਨ ਲਿੱਤਾ ਜਾਵੇ। ਇੱਕ ਤਾਂ ਚਲੋ ਇੱਕ ਹੁਣ ਇਮੀਡੀਏਟ ਮੈਂ, ਕਿਉਂਕਿ ਮੈਂ ਤੁਹਾਨੂੰ ਕੱਟ ਰਿਹਾ ਵਿੱਚ, ਕਿਉਂਕਿ ਮੈਂ ਆਪਣੀ ਗੱਲ ਕੰਪਲੀਟ ਕਰ ਰਿਹਾ ਵੀ ਨਗਰ ਨਿਗਮ ਦਾ ਕਿਵੇਂ ਹੈ, ਤੇ ਇਮੀਡੀਏਟ ਐਕਸ਼ਨ ਜਿਹੜਾ ਹੈ, ਇਮੀਡੀਏਟ ਐਕਸ਼ਨ ਦਾ ਮਤਲਬ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਮੈਂ ਫਿਰ ਉਹਨਾਂ ਨੂੰ 20 ਤਰੀਕ ਨੂੰ ਕੰਪਲਾਈਂਸ ਨੋਟਿਸ ਵੀ ਭੇਜਿਆ, 20 ਮਾਰਚ 2023 ਨੂੰ, ਤੇ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਤੇ ਉਹ ਉਤੋਂ ਸਪਸ਼ਟ ਹੋ ਜਾਂਦਾ ਕਿ ਜਿਹੜੇ ਆਫੀਸਰਸ ਨੇ ਜਾਂ ਨਗਰ ਨਿਗਮ ਦੇ ਕਿਉਂ ਨਹੀਂ ਕੰਮ ਕਰ ਰਹੇ, ਇਹ ਮਤਲਬ ਕਿ ਆ ਸੋ ਰਹੇ ਨੇ ਦਰਖਾਸਤਾਂ ਤੇ, ਵੀ ਸਾਨੂੰ ਸਮਝ ਨਹੀਂ ਆ ਰਹੀ ਵੀ ਆਮ ਲੋਕਾਂ ਦਾ ਕੀ ਬਣੇਗਾ। ਕਿਉਂਕਿ ਉਹੀ ਗੱਲ ਆ ਗਈ ਨਾ, ਇੱਕ ਆਮ ਲੋਕਾਂ ਨੂੰ ਛੱਡ ਕੇ ਵੀ ਮਤਲਬ ਇੱਕ ਸਰਕਾਰ ਦੀਆਂ ਹਦਾਇਤਾਂ ਤੇ ਵੀ ਮਤਲਬ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਮੈਂ ਇਹੀ ਗੱਲ ਕਹਿ ਰਿਹਾ ਵੀ ਹਾਈ ਕੋਰਟ ਦੀ ਜੇ ਉਹ ਵੀ ਆਨਰੇਬਲ ਚੀਫ ਜਸਟਿਸ ਦੀ ਜੇ ਤੁਸੀਂ ਹਦਾਇਤਾਂ ਨੂੰ ਨਹੀਂ ਫਾਲੋ ਕਰ ਰਹੇ ਹੋ, ਇਹਦਾ ਮਤਲਬ ਇਹ ਹੈ ਵੀ ਆਪਾਂ ਕਿਤੇ ਫਗਵਾੜਾ ਦੇ ਵਿੱਚ ਕਿੱਥੇ ਨਗਰ ਨਿਗਮ ਜਿਹੜਾ ਹੈ ਉਹ ਆਮ ਲੋਕਾਂ ਦੀ ਕਿੰਨੀ ਕੀ ਮਦਦ ਕਰਦਾ ਹੋਵੇਗਾ ਜਾਂ ਦਰਖਾਸਤਾਂ ਦੀ ਕਿੰਨੀ ਕਾਰਵਾਈ ਕਰਦਾ ਹੋਵੇਗਾ। ਤੇ ਹਾਈ ਕੋਰਟ ਜਿਹੜੀ ਕਿੰਨੀ ਤਰੀਕ ਤੱਕ ਹਲਫੀਆ ਬਿਆਨ ਦੇ ਦਾਇਰ ਕਰਨ ਲਈ ਕਿਹਾ ਗਿਆ ਹੈ? ਸਰ ਇਹ ਫਿਰ ਜਦੋਂ ਪਹਿਲਾਂ ਹਾਈ ਕੋਰਟ ਨੇ 13 ਮਾਰਚ 2023 ਨੂੰ ਇਹਨਾਂ ਨੂੰ ਆਰਡਰ ਕੀਤੇ, ਫਿਰ ਮੈਂ 20 ਮਾਰਚ 2023 ਨੂੰ ਆਪਣੇ ਕਾਉਂਸਲ ਦੇ ਥਰੂ ਇਹਨਾਂ ਨੂੰ ਜਿਹੜਾ ਹੈਗਾ ਕੰਪਲਾਈਂਸ ਨੋਟਿਸ ਭੇਜਿਆ ਵੀ ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੇ ਕੁਝ ਆਰਡਰ ਕੀਤਾ ਹੈ, ਉਹਦੀ ਕੰਪਲਾਈਂਸ ਤੁਸੀਂ ਕਰੋ। ਤਾਂ ਉਸ ਤੋਂ ਬਾਅਦ ਵੀ 3 ਮਹੀਨੇ ਕੋਈ ਐਕਸ਼ਨ ਨਹੀਂ ਹੋਇਆ। ਫਿਰ ਮੈਂ ਆਨਰੇਬਲ ਹਾਈ ਕੋਰਟ ਦੇ ਵਿੱਚ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਕਿ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਹੈ ਜਨਾਬ, ਤੇ ਉਹਦੇ ਵਿੱਚ ਫਿਰ ਜਿਹੜਾ ਆਨਰੇਬਲ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਤੇ ਇਹਨਾਂ ਨੇ ਸਾਰੇ ਰਿਸਪੋਂਡੈਂਟਸ ਨੂੰ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੈ ਐਕਸਪਲੇਨੇਸ਼ਨ ਦਿਓ ਵੀ ਕਿਉਂ ਇਸ ਮੁੱਦੇ ਤੇ ਪਾਲਣਾ ਨਹੀਂ ਹੋ ਰਹੀ, ਵੀ ਕਿਉਂਕਿ ਜਿਹੜੇ ਸਾਡੇ ਕੈਟਲਸ ਨੇ ਜਾਂ ਜਿਹੜੇ ਸਾਡੇ ਅਵਾਰਾ ਪਸ਼ੂ ਨੇ, ਜੇ ਆਪਾਂ ਇਹਨਾਂ ਨੂੰ ਨਹੀਂ ਸੰਭਾਲਦੇ, ਰੋਜ਼ ਦੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੋਏਗਾ ਜਿਹਦੇ ਕਰਕੇ ਜਾਨ ਜਾਂ ਮਾਲ ਦਾ ਨੁਕਸਾਨ ਡੇਲੀ ਕਿਸੇ ਨਾ ਕਿਸੇ ਦਾ ਹੋਏਗਾ ਜੀ। ਜਿਵੇਂ ਕਿ ਪੰਜਾਬ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਬਾਰ-ਬਾਰ ਮਤਲਬ ਭ੍ਰਿਸ਼ਟਾਚਾਰ ਤੇ ਸਖਤ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਜੀ। ਇੱਕ ਪਾਸੇ ਫਗਵਾੜੇ ਦੇ ਵਿੱਚ ਮਤਲਬ ਬਾਰ-ਬਾਰ ਨਜਾਇਜ਼ ਬਿਲਡਿੰਗਾਂ ਦੀਆਂ ਸ਼ਿਕਾਇਤਾਂ ਤੇ ਧੜਾ-ਧੜ ਬਿਲਡਿੰਗਾਂ ਬਣ ਰਹੀਆਂ ਨੇ ਤੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਜਦਕਿ ਇਹਨਾਂ ਦੇ ਜਿਹੜੇ ਲੋਕਪਾਲ ਪੰਜਾਬ ਦੇ ਵਿੱਚ ਵੀ ਕੇਸ ਚੱਲਦੇ ਨੇ, ਅਲੱਗ-ਅਲੱਗ ਅਦਾਲਤਾਂ ਵਿੱਚ ਵੀ ਕੇਸ ਚੱਲ ਰਹੇ ਨੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਮੈਂ ਤਾਂ ਇਹੀ ਕਹਿਣਾ ਵੀ ਜਦ ਹਾਈ ਕੋਰਟ ਦੀ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਤੇ ਇਹਦਾ ਮਤਲਬ ਇਹ ਆ ਵੀ ਆਪਾਂ ਬੜੇ ਇੱਕ ਸੌਰੀ ਸਟੇਟ ਆਫ ਅਫੇਅਰ ਆਪਾਂ ਨੂੰ ਕੋਰਟ ਦੇ ਵਿੱਚ ਲੈਂਗੁਏਜ ਯੂਜ਼ ਕਰਦੇ ਆ, ਤੇ ਉਸ ਅਫੇਅਰ ਦੇ ਵਿੱਚ ਹੈਗੇ ਆਪਾਂ। ਇਹਦੇ ਕਰਕੇ ਇਹਦੇ ਤੇ ਕੀ ਕੀਤਾ ਜਾ ਸਕਦਾ ਵੀ ਆਮ ਲੋਕ ਜਦ ਤੱਕ ਉੱਠ ਕੇ ਨਹੀਂ ਅੱਗੇ ਆਉਣਗੇ, ਆਮ ਲੋਕ ਜਦ ਤੱਕ ਉੱਠ ਕੇ ਦਰਖਾਸਤ, ਦੇਖੋ ਸਾਰਾ ਕੰਮ ਰਿਟਨ ਤਰੀਕੇ ਨਾਲ ਕੀਤਾ ਜਾਵੇ। ਆਪਾਂ ਹੁਣ ਜੇ ਨਜਾਇਜ਼ ਉਸਾਰੀ ਦੀ ਗੱਲ ਹੈ, ਉਹਦੇ ਤੇ ਜਿਹੜੇ ਕੰਪਲੇਂਟ ਕਰਦੇ ਨੇ ਉਹਨਾਂ ਨੂੰ ਪ੍ਰੋਪਰ ਸਪੋਰਟ ਆਮ ਲੋਕ ਕਰਨ, ਜੇ ਅਫਸਰ ਨਹੀਂ ਕਰਦੇ ਤਾਂ ਆਮ ਲੋਕ ਕਰਨ। ਹੁਣ ਜੇ ਕੋਈ ਪ੍ਰੋਬਲਮ ਆ ਰਹੀ ਹੋ ਤੇ ਆਮ ਲੋਕ ਅੱਗੇ ਆ ਕੇ ਆਪਣੀ ਕੰਪਲੇਂਟ, ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਹੈ, ਮੰਨਿਆ ਜਾ ਰਿਹਾ ਟਾਈਮ, ਲੇਕਿਨ ਅੱਜ ਕੱਲ੍ਹ ਮੋਬਾਈਲ ਦਾ ਜ਼ਮਾਨਾ ਹੈ, ਈਮੇਲ ਦਾ ਜ਼ਮਾਨਾ ਹੈ, ਆਨਲਾਈਨ ਸਭ ਕੁਝ ਮਿਲ ਜਾਂਦਾ, ਤੁਸੀਂ ਕੰਪਲੇਂਟ ਕਰੋ, ਇਮੀਡੀਏਟ ਐਕਸ਼ਨ ਕਰਨਾ ਪਏਗਾ। ਕਮਿਸ਼ਨਰਸ ਦੇ ਜਿਹੜਾ ਆਪਣਾ ਕਮਿਸ਼ਨਰ ਹੈ ਨਗਰ ਨਿਗਮ ਦਾ, ਉਹਨੂੰ ਕਰਨਾ ਪਏਗਾ। ਨਿਤਿਨ ਮਿੱਟੂ ਜੀ, ਇੱਕ ਹੋਰ ਗੱਲ ਹੈਗੀ ਆ, ਇਹ ਤੁਸੀਂ ਇੱਕ ਆਮ ਆਦਮੀ ਪਾਰਟੀ ਦੇ ਚਿਹਰਾ ਹੋ ਫਗਵਾੜੇ ਦੇ ਵਿੱਚ, ਠੀਕ ਹੈ ਜੀ, ਤੁਸੀਂ ਪ੍ਰੈਜ਼ੀਡੈਂਟ ਹੋ ਲੀਗਲ ਸੈੱਲ ਦੇ ਜਿਹੜਾ ਕਪੂਰਥਲਾ ਦੇ, ਇੱਕ ਤੁਹਾਡੀ ਹੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਆਮ ਪਬਲਿਕ ਦਾ ਕੀ ਹੋਊਗਾ ਜੀ? ਸਰ ਗੱਲ ਇੱਦਾਂ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ, ਠੀਕ ਹੈ, ਆਪਾਂ ਕੰਮ ਕਰ ਰਹੇ ਹਾਂ, ਕਾਫੀ ਦੇਰ ਤੋਂ ਕੰਮ ਕਰ ਰਹੇ ਹਾਂ। ਜਦੋਂ ਸਾਡੀ ਸਰਕਾਰ 2022 ਦੇ ਵਿੱਚ ਬਣੀ ਸੀ ਤੇ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਵੱਲੋਂ ਇੱਕ ਹੀ ਸੰਦੇਸ਼ਾ ਸੀ, ਕਿਉਂਕਿ ਪਾਰਟੀ ਸਾਡੀ ਦੋ ਭਾਗਾਂ ਦੇ ਵਿੱਚ ਉਸ ਵਾਰ ਜਾ ਰਹੀ, ਕਿਉਂਕਿ ਰੀਜ਼ਨ ਕੀ ਹੈ, ਇੱਕ ਭਾਗ ਸਾਡਾ ਜਿਹੜਾ ਇਲੈਕਟਿਡ ਐਮਐਲਏਜ਼ ਆ ਜਿਹਨੇ ਸਰਕਾਰ ਚਲਾਉਣੀ ਹੈ, ਤੇ ਇੱਕ ਭਾਗ ਆ ਜਿਹੜਾ ਸੰਗਠਨ ਦਾ ਭਾਗ ਆ। ਹੁਣ ਉਸ ਭਾਗ ਦਾ ਕੰਮ, ਜਿਹੜਾ ਸੰਗਠਨ ਵਾਲਾ ਭਾਗ ਦਾ ਕੰਮ ਆ, ਉਹਨਾਂ ਦਾ ਹੈਗਾ ਵਾ ਐਕਟਿਵ ਸਿਟੀਜ਼ਨਸ ਬਣ ਕੇ ਕੰਮ ਕਰਨਾ। ਕਿਉਂਕਿ ਦੇਖੋ ਮੇਰਾ ਜਿਹੜਾ ਡਿਸਪਿਊਟ ਹੈ, ਮੇਰੀ ਕੰਪਲੇਂਟ ਕੀ ਹੈ, ਮੇਰੀ ਕੰਪਲੇਂਟ ਇਹ ਵੀ ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਹੁਣ ਉਹਨਾਂ ਤੇ ਕਾਰਵਾਈ, ਮੇਰਾ ਕਿਹੜਾ ਪਰਸਨਲ ਕੋਈ ਮਸਲਾ ਹੈ ਜਾਂ ਮੇਰੇ ਕਿਹੜਾ ਕੋਈ ਪਰਸਨਲ ਅਵਾਰਾ ਪਸ਼ੂ ਨੇ, ਇਹ ਤਾਂ ਪਬਲਿਕ ਇਸ਼ੂ ਹੈ। ਹੁਣ ਮੈਂ ਲੋਕਾਂ ਦਾ ਇਸ਼ੂ ਚੱਕ ਰਿਹਾ ਤੇ ਸਾਨੂੰ ਪਾਰਟੀ ਵੱਲੋਂ ਹਿਦਾਇਤਾਂ ਨੇ ਵੀ ਸੰਗਠਨ ਦੇ ਵਿੱਚ ਰਹਿ ਕੇ ਤੁਸੀਂ ਜਿਹੜੇ ਵੀ ਆਫੀਸਰਸ ਕੰਮ ਨਹੀਂ ਕਰਦੇ ਜਾਂ ਕਿਤੇ ਸਾਡੀ ਸਰਕਾਰ ਕੋਲੋਂ ਕਿਤੇ ਨਾ ਕਿਤੇ ਕੁਛ ਨਾ ਕੁਛ ਤਰੁੱਟੀਆਂ ਰਹਿ ਜਾਂਦੀਆਂ ਤਾਂ ਉਹਨੂੰ ਐਜ਼ ਅ ਸਿਟੀਜ਼ਨ ਪੂਰਾ ਕਰੋ, ਚਾਹੇ ਉਹਦੇ ਲਈ ਸਾਨੂੰ ਭਗਵੰਤ ਮਾਨ ਜੀ ਕੋ ਜਾਣਾ ਪਵੇ, ਚਾਹੇ ਉਹਦੇ ਲਈ ਸਾਨੂੰ ਸਰਕਾਰ ਕੋ ਜਾਣਾ ਪਵੇ ਜਾਂ ਉਹਦੇ ਲਈ ਸਾਨੂੰ ਕੋਰਟ ਜਾਣਾ ਪਵੇ, ਜਿੱਥੇ ਵੀ ਜਾਣਾ ਪਵੇ ਅਸੀਂ ਆਫੀਸਰਸ ਨੂੰ ਅਕਾਊਂਟੇਬਲ ਕਰਾਂਗੇ। ਕਿਉਂਕਿ ਜਦੋਂ ਆਫਿਸਰਸ ਜਾਂ ਅਫਸਰਾਂ ਦੀ, ਸਰਕਾਰੀ ਅਫਸਰਾਂ ਦੀ ਜਵਾਬਦੇਹੀ ਸ਼ੁਰੂ ਹੋ ਜਾਏਗੀ ਨਾ, ਸਰਕਾਰਾਂ ਆਪਣੇ ਆਪ ਆਟੋਮੈਟਿਕਲੀ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ, ਲੋਕਾਂ ਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ। ਇਸ ਲਈ ਭਗਵੰਤ ਮਾਨ ਜੀ ਦੀ ਹਿਦਾਇਤਾਂ ਤੇ ਅਸੀਂ ਕੰਮ ਕਰ ਰਹੇ ਹਾਂ।
ਜਿੱਥੇ ਵੀ ਪੋਸੀਬਲ ਹੋ ਸਕਦਾ ਹੈ ਉੱਥੇ ਜਾਂਦੇ ਆ। ਜੇ ਕੋਰਟ ਦਾ ਰਾਹ ਲੈਣਾ ਤਾਂ ਕੋਰਟ ਦਾ ਰਾਹ ਲਵਾਂਗੇ, ਪਬਲਿਕ ਇਸ਼ੂਜ਼ ਤੇ, ਠੀਕ ਹੈ। ਸਾਡਾ ਕਿਹੜਾ ਕੋਈ ਪਰਸਨਲ ਇਹਦੇ ਵਿੱਚ ਲੈਣਾ ਦੇਣਾ, ਠੀਕ ਹੈ ਨਾ। ਅਸੀਂ ਪਬਲਿਕਲੀ ਕਰ ਰਹੇ ਹਾਂ ਤੇ ਪਬਲਿਕ ਦੇ ਬੈਨੀਫਿਟ ਲਈ ਕਰਾਂਗੇ। ਥੈਂਕ ਯੂ। ਧੰਨਵਾਦ।